ਪਰਉਪਕਾਰੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ। ਅੰਮ੍ਰਿਤਸਰ ਦੀ ਮੁਬਾਰਕ ਧਰਤੀ ਉੱਪਰ ਗੁਰਦੇਵ ਪਾਤਸ਼ਾਹ ਦਾ 1621 ਦੇ ਅੰਦਰ ਆਗਮਨ ਹੋਇਆ। ਸੰਸਾਰ ਦੇ ਵਿੱਚ ਹਰ ਇੱਕ ਜੀਵ ਕੁਝ ਲੈਣ ਦੀ ਲਾਲਸਾ ਰੱਖਦਾ ਹੈ, ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ। ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਸਦਾ ਹੀ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਦਾਤਾਂ ਗੁਰਦੇਵ ਪਾਤਸ਼ਾਹ ਨੇ ਸੰਸਾਰ ਦੀ ਝੋਲੀ ਦੇ ਵਿੱਚ ਪਾਈਆਂ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਨੇ, ਬੇਅੰਤ ਗੁਣਾਂ ਦੇ ਮਾਲਕ ਨੇ। ਪਰ ਗੁਰਦੇਵ ਪਾਤਸ਼ਾਹ ਦਾ ਕੇਵਲ ਅੱਜ ਇੱਕੋ ਗੁਣ ਅਸੀਂ ਆਪਣੇ ਪੱਲੇ ਬੰਨ ਲਈਏ ਕਿ ਗੁਰਦੇਵ ਪਾਤਸ਼ਾਹ ਪਰਉਪਕਾਰ ਦੇ ਨਾਲ ਅੰਦਰੋਂ ਰਮੇ ਹੋਏ ਨੇ। ਬਾਬਾ ਫਰੀਦ ਸਾਹਿਬ ਦੇ ਬੜੇ ਪਿਆਰੇ ਬਚਨ ਨੇ। ਉਹ ਆਖਦੇ ਨੇ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਦਰਵੇਸ਼ ਜੋ ਨੇ ਉਹਨਾਂ ਦਾ ਹਿਰਦਾ ਇਤਨਾ ਵਿਸ਼ਾਲ ਹੈ ਕਿ ਉਹ ਵੱਡੇ ਜਿਗਰੇ ਵਾਲੇ ਨੇ। ਜਿਵੇਂ ਰੁੱਖਾਂ ਦਾ ਸੁਭਾਅ ਹੈ, ਰੁੱਖ ਦੇ ਵਿੱਚ ਇਹ ਗੁਣ ਨੇ ਕਿ ਜੋ ਵੀ ਰੁੱਖਾਂ ਦੀ ਜਾਂ ਦਰਖਤਾਂ ਦੀ ਸ਼ਰਨ 'ਚ ਆਉਂਦਾ ਨਾ, ਰੁੱਖ ਉਹਨਾਂ ਨੂੰ ਛਾਂ ਦਿੰਦੇ ਨੇ। ਔਰ ਜਦੋਂ ਰੁੱਖਾਂ ਦੇ ਨਾਲ ਫਲ ਪੱਕ ਜਾਣ ਤੇ ਰੁੱਖ ਆਪਣੇ ਨਾਲੋਂ ਫਲਾਂ ਨੂੰ ਦੂਰ ਕਰਕੇ ਮਨੁੱਖਤਾ ਨੂੰ ਜਾਂ ਧਰਤੀ ਦੇ ਉੱਪਰ ਫਲਾਂ ਨੂੰ ਸੁੱਟ ਦਿੰਦੇ ਨੇ ਕਿ ਉਹਦਾ ਲਾਭ ਮਨੁੱਖ ਜਾਂ ਜੀਵ ਆਨੰਦ ਮਾਣ ਸਕਣ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੁੱਖਾਂ ਨੇ ਸ਼ਰਨ ਪਿਆ ਹੋਇਆਂ ਦੀ ਛਾਂ ਦੇ ਰਾਹੀਂ ਉਹਨਾਂ ਨੂੰ ਛਾਂ ਦਿੱਤੀ। ਜੇ ਫਲਾਂ ਰਾਹੀਂ ਮਨੁੱਖਤਾ ਨੂੰ ਫਲ ਦਿੱਤੇ, ਇੱਥੋਂ ਤੱਕ ਕਿ ਗਰਮੀਆਂ ਦੇ ਦਿਨ ਆਏ, ਲੋਕਾਂ ਨੇ ਆਪਣੇ ਘਰ ਦੀ ਹਿਫਾਜ਼ਤ ਵਾਸਤੇ ਘਰ ਦੇ ਦਰਵਾਜ਼ੇ, ਖਿੜਕੀਆਂ ਬਣਾਈਆਂ, ਉਹ ਵੀ ਰੁੱਖਾਂ ਨਾਲੋਂ ਸਾਨੂੰ ਪ੍ਰਾਪਤ ਹੋਏ ਨੇ। ਔਰ ਜੇ ਕੋਈ ਸਮੁੰਦਰ ਪਾਰ ਕਰਨਾ ਹੋਏ, ਕੋਈ ਨਦੀ ਪਾਰ ਕਰਨੀ ਹੋਏ ਤੇ ਨਾਵ ਤੇ ਚੜ੍ਹ ਕੇ ਮਨੁੱਖ ਸਮੁੰਦਰ ਪਾਰ ਕਰਦਾ ਹੈ, ਉਹ ਵੀ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ, ਕਿ ਦਰਵੇਸ਼ਾਂ ਦਾ ਹਿਰਦਾ ਜਿਹੜਾ ਹੈ ਨਾ, ਉਹ ਰੁੱਖਾਂ ਵਰਗਾ ਹਿਰਦਾ ਹੈ, ਵੱਡਾ ਜਿਗਰਾ ਹੈ ਉਹਨਾਂ ਦਾ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਤਨੇ ਵੱਡੇ ਜਿਗਰੇ ਵਾਲੇ ਨੇ। ਜਦੋਂ ਉਹਨਾਂ ਦੇ ਵੱਡੇ ਭਰਾਤਾ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਦਾ ਜਦੋਂ ਵਿਆਹ ਆਉਣ ਲੱਗਾ ਨਾ, ਤੇ ਮਾਤਾ ਜੀ ਨੇ ਸਾਰੇ ਸਾਹਿਬਜ਼ਾਦਿਆਂ ਵਰਗੀ ਵਾਸਤੇ ਇੱਕੋ ਵਰਗੀ ਡਰੈਸ ਤਿਆਰ ਕੀਤੀ, ਇੱਕੋ ਵਰਗੀ ਪੁਸ਼ਾਕ ਤਿਆਰ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਸਾਹਿਬਜ਼ਾਦੇ ਸਨ। ਬਾਬਾ ਗੁਰਦਿੱਤਾ ਜੀ, ਅਣੀ ਰਾਏ ਜੀ, ਅਟਲ ਜੀ, ਸੂਰਜਮਲ ਜੀ ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਸਾਰੇ ਸਾਹਿਬਜ਼ਾਦਿਆਂ ਨੇ ਇੱਕੋ ਵਰਗੀ ਪੁਸ਼ਾਕ ਪਾਈ, ਇੱਕੋ ਵਰਗੀ ਡਰੈਸ ਪਾਈ। ਜਦੋਂ ਬਰਾਤ ਢੁਕਣ ਲੱਗੀ ਨਾ, ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਨਜ਼ਰ ਇੱਕ ਐਸੇ ਬੱਚੇ ਦੇ ਉੱਪਰ ਪਈ ਜਿਸ ਦੇ ਤਨ ਦੇ ਉੱਪਰ ਪੁਸ਼ਾਕ ਨਹੀਂ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਨਵੀਂ ਸੀਤੀ ਹੋਈ ਜੋ ਡਰੈਸ ਹੈ, ਜੋ ਪੁਸ਼ਾਕ ਹੈ, ਉਸ ਬੱਚੇ ਨੂੰ ਪਾ ਕੇ ਘਰ ਦੇ ਜਾ ਕੇ ਆਮ ਪੁਸ਼ਾਕ ਆਪਣੇ ਤਨ ਦੇ ਉੱਪਰ ਪਾ ਲਈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਗਲ ਦੇ ਨਾਲ ਲਾ ਕੇ ਇਹ ਬਚਨ ਕੀਤੇ ਸਨ, ਅੱਜ ਕਿਸੇ ਦਾ ਤਨ ਨੰਗੇਜ ਦੇਖਿਆ ਤੇ ਆਪਣੇ ਤਨ ਦੇ ਬਸਤਰ ਪਾ ਕੇ ਉਹਨਾਂ ਦਾ ਤਨ ਢੱਕ ਦਿੱਤਾ। ਜੇ ਆਉਣ ਵਾਲੇ ਸਮੇਂ ਅੰਦਰ ਕਿਸੇ ਨੂੰ ਬੇਪਤ ਹੁੰਦਿਆਂ ਦੇਖਣਗੇ ਧਰਮ ਨੂੰ, ਤੇ ਆਪਣੇ ਤਨ ਦਾ ਚੋਲਾ ਬਣਾ ਕੇ ਉਸ ਧਰਮ ਨੂੰ ਬੇਪਤ ਹੋਣ ਤੋਂ ਬਚਾ ਲੈਣਗੇ। ਪਰਉਪਕਾਰੀ ਨੇ ਨਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 13 ਸਾਲ ਦੀ ਆਰਬਲਾ ਦੇ ਵਿੱਚ ਕਰਤਾਰਪੁਰ ਦੀ ਜੰਗ ਦੇ ਅੰਦਰ ਜਦੋਂ ਜੋਹਰ ਦਿਖਾਉਂਦੇ ਨੇ ਤੇ ਭਰੇ ਦੀਵਾਨ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਨੇ ਇਹ ਬਚਨ ਕਹੇ ਕਿ ਇਹ ਤਿਆਗ ਮਲਨੀ, ਇਹ ਤੇਗ ਦੇ ਬਹਾਦਰ ਨੇ। ਤੇ ਸਤਿਗੁਰੂ ਮਹਾਰਾਜ ਦਾ ਨਾਮ ਤੇਗ ਬਹਾਦਰ ਪੈ ਗਿਆ। ਗੁਰਦੇਵ ਪਾਤਸ਼ਾਹ ਦੇ ਪਰਉਪਕਾਰੀ ਸੁਭਾਅ ਦੀ ਜਦੋਂ ਗੱਲ ਕਰਦੇ ਹਾਂ
8ਵੀਂ ਪਾਤਸ਼ਾਹੀ ਮਹਾਰਾਜ ਜੋਤੀ ਜੋਤ ਸਮਾਨ ਵੇਲੇ ਇਹ ਬਚਨ ਕਰਕੇ ਗਏ ਕਿ ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਤੇ ਬਕਾਲੇ ਦੀ ਧਰਤੀ ਪਰ 22 ਮੰਜੀਆਂ ਲੱਗ ਗਈਆਂ। ਸੰਖੇਪ ਜੀ ਮੈਂ ਅਰਜ਼ ਕਰਾਂ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮੱਖਣ ਸ਼ਾਹ ਲੁਬਾਣਾ ਪ੍ਰਗਟ ਕਰਦੇ ਨੇ ਤੇ ਬਾਬਾ ਧੀਰਮਲ ਜੀ ਇਹ ਬਰਦਾਸ਼ਤ ਨਾ ਕਰ ਸਕੇ ਤੇ ਬਾਬਾ ਧੀਰਮਲ ਜੀ ਨੇ ਸੀਹੇ ਮਸੰਦ ਦੇ ਰਾਹੀਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਗੋਲੀ ਚਲਵਾਈ। ਮਹਾਰਾਜ ਦੇ ਮਸਤਕ ਦੇ ਨਾਲੋਂ ਗੋਲੀ ਜਿਹੜੀ ਹੈ ਉਹ ਛੂ ਕੇ ਲੰਘ ਗਈ, ਪਰ ਬਚਾਅ ਹੋ ਗਿਆ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਲੱਗਾ, ਆਪਣੇ ਨਾਲ ਦੇ 500 ਫੌਜੀ ਲੈ ਕੇ ਗਿਆ ਨਾਲ ਤੇ ਧੀਰਮਲ ਤੇ ਸੀਹੇ ਮਸੰਦ ਦੇ ਮੁਸ਼ਕਾਂ ਬੰਨ ਦਿੱਤੀਆਂ। ਹੱਥ ਬੰਨ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਾਹਮਣੇ ਲੈ ਕੇ ਆਏ। ਹੁਣ ਦੇਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਹਿਰਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਾਬਾ ਧੀਰਮਲ ਜੀ ਨੂੰ ਬਚਨ ਜੋ ਕਹੇ, ਉਹ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਬਾ ਧੀਰਮਲ ਜੀ ਨੂੰ ਇਹ ਬਚਨ ਕਹੇ ਕਿ ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ, ਕਿ ਬਾਬਾ ਧੀਰਮਲ ਜੀ ਤੁਸੀਂ ਭਲੇ ਹੋ, ਭਲੇ ਕੁਲ ਦੇ ਅੰਦਰ ਤੁਸੀਂ ਜਨਮ ਲਿਆ ਹੈ, ਤੁਸੀਂ ਭਲੇ ਹੋ। ਤੇ ਮਹਾਰਾਜ ਨੇ ਬਾਬਾ ਧੀਰਮਲ ਜੀ ਨੂੰ ਵੀ ਕੁਝ ਨਹੀਂ ਕਿਹਾ ਤੇ ਜਿਨ੍ਹਾਂ ਨੇ ਗੋਲੀ ਚਲਾਈ ਸੀ ਸੀਹੇ ਨਾਮ ਦੇ ਮਸੰਦ ਨੂੰ, ਮਹਾਰਾਜ ਨੇ ਉਹਨਾਂ ਨੂੰ ਵੀ ਬਖਸ਼ ਦਿੱਤਾ। ਇੱਥੋਂ ਤੱਕ ਕਿ ਜੋ ਚੜਾਵਾ ਲੈ ਕੇ ਗਏ ਸਨ, ਮੱਖਣ ਸ਼ਾਹ ਆਖਣ ਲੱਗਾ ਕਿ ਮੈਂ ਸਾਰਾ ਚੜਾਵਾ ਮੋੜ ਕੇ ਲੈ ਆਇਆ। ਮਹਾਰਾਜ ਕਹਿਣ ਲੱਗੇ ਇਹ ਚੜਾਵਾ ਇਹਨਾਂ ਨੂੰ ਦੇ ਦਿਓ, ਕਿਉਂਕਿ ਇੱਥੇ ਕੋਈ ਧਨ ਦੌਲਤ ਜੋੜਨ ਲਈ ਕੋਈ ਦੁਕਾਨ ਨਹੀਂ ਖੋਲੀ ਹੈ। ਇਹ ਲੋਕਾਂ ਦੇ ਪਰਉਪਕਾਰ ਲਈ ਗੁਰੂ ਨਾਨਕ ਦਾ ਘਰ ਜਿਹੜਾ ਹੈ ਇਹ ਆਰੰਭਿਆ ਹੈ। ਸਾਧ ਸੰਗਤ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਦਾਸੀਆਂ ਵੱਲ ਜਦੋਂ ਤੁਰੇ ਨਾ ਜਦੋਂ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਨੇ। ਪਰ ਦੇਖੋ ਸਤਿਗੁਰੂ ਮਹਾਰਾਜ ਨੇ ਲੋਕਾਈ ਦੇ ਉੱਪਰ ਤਰਸ ਕਰਕੇ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਤਿਕਾਰਯੋਗ ਮਾਤਾ ਸੁਲੱਖਣੀ ਨੂੰ ਬਖਸ਼ੀ। ਪਿਤਾ ਮਹਿਤਾ ਕਾਲੂ ਜੀ ਨੂੰ ਇਹ ਜ਼ਿੰਮੇਵਾਰੀ ਦੇ ਕੇ ਭਾਵੇਂ ਪਰਿਵਾਰ ਦੇ ਨਾਲ ਬੜਾ ਨੇਹ ਹੈ, ਪਰ ਲੋਕਾਈ ਦੇ ਉੱਪਰ ਤਰਸ ਕਰਕੇ ਪਰਉਪਕਾਰ ਦੀ ਭਾਵਨਾ ਦੇ ਨਾਲ ਗੁਰਦੇਵ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਤਿਹਾਸਕਾਰ ਇਹ ਆਖਦੇ ਨੇ ਕਿ ਜਿਨ੍ਹਾਂ ਥਾਵਾਂ ਦੇ ਉੱਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ, ਉਹਨਾਂ ਥਾਵਾਂ ਦੇ ਉੱਪਰ ਗੁਰੂ ਕੁਲ ਦੇ ਵਿੱਚੋਂ ਜਾਂ ਗੁਰੂ ਵੰਸ਼ ਦੇ ਵਿੱਚੋਂ ਜੇ ਕੋਈ ਦੁਬਾਰਾ ਗਿਆ ਤੇ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ। ਆਪ ਨੂੰ ਗਿਆਤ ਹੋਏਗਾ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਵਿਆਹ ਤੋਂ 33 ਸਾਲਾਂ ਬਾਅਦ ਗੋਬਿੰਦ ਰਾਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਯਾਦ ਰੱਖਣਾ, ਵਿਆਹ ਤੋਂ 33 ਸਾਲਾਂ ਬਾਅਦ ਗੋਬਿੰਦ ਰਾਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੰਸਾਰ ਦੇ ਵਿੱਚ ਆਮਦ ਹੁੰਦਾ ਹੈ ਉਹਨਾਂ ਦਾ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਮਲ ਨੂੰ ਵੀ ਬਖਸ਼ਿਆ, ਮਹਾਰਾਜ ਨੇ ਸੀਹੇ ਮਸੰਦ ਨੂੰ ਵੀ ਬਖਸ਼ਿਆ। ਇਹ ਸਤਿਗੁਰੂ ਮਹਾਰਾਜ ਦੇ ਪਰਉਪਕਾਰੀ ਗੁਣਾਂ ਦੇ ਵਿੱਚੋਂ ਮਹਾਰਾਜ ਨੇ ਲੋਕਾਈ ਦੇ ਉੱਪਰ ਤਰਸ ਕੀਤਾ। ਸਾਧ ਸੰਗਤ ਸੰਸਾਰ ਦੇ ਵਿੱਚ 4 ਤਰ੍ਹਾਂ ਦੇ ਗੁਰੂ ਦੀ ਗੱਲ ਚੱਲਦੀ ਹੈ। ਇੱਕ ਗੁਰੂ ਹੈ ਚੰਦਨ ਗੁਰੂ, ਦੂਸਰਾ ਗੁਰੂ ਹੈ ਪਾਰਸ ਗੁਰੂ, ਤੀਸਰਾ ਗੁਰੂ ਹੈ ਭ੍ਰਿੰਗੀ ਗੁਰੂ ਔਰ ਚੌਥਾ ਗੁਰੂ ਹੈ ਦੀਪਕ ਗੁਰੂ। ਜਦੋਂ ਚੰਦਨ ਗੁਰੂ ਦੀ ਗੱਲ ਚੱਲਦੀ ਹੈ ਤੇ ਚੰਦਨ ਵਰਗੇ ਉਹ ਗੁਰੂ ਨੇ, ਜਿਵੇਂ ਚੰਦਨ ਦਾ ਸੁਭਾਅ ਹੈ ਨਾ, ਉਹ ਜੰਗਲ ਦੇ ਵਿੱਚ ਹੋਏ ਤੇ ਉਹਦੇ ਹਿਲਣ ਦੇ ਨਾਲ ਉਹ ਹੋਰ ਵਨਸਪਤੀ ਨੂੰ ਵੀ ਆਪਣੀ ਖੁਸ਼ਬੂ ਦੇ ਦਿੰਦਾ ਹੈ। ਪਰ ਭਾਈ ਗੁਰਦਾਸ ਜੀ ਆਖਦੇ ਨੇ ਕਿ ਚੰਦਨ ਦੀ ਸੰਗਤ ਮਾਣ ਕੇ ਸਾਰੇ ਦਰਖਤ ਖੁਸ਼ਬੂਦਾਰ ਨਹੀਂ ਹੁੰਦੇ। ਕੋਈ ਖਾਸ ਬੂਟੀ ਹੈ ਜਾਂ ਖਾਸ ਦਰਖਤ ਨੇ
ਜੋ ਚੰਦਨ ਦੀ ਸੰਗਤ ਮਾਣ ਕੇ ਆਪਣੇ ਅੰਦਰ ਖੁਸ਼ਬੂ ਲੈਂਦੇ ਨੇ। ਬਾਂਸ ਭਾਵੇਂ ਕੋਲ ਹੀ ਕਿਉਂ ਨਾ ਹੋਏ, ਬਾਂਸ ਦੇ ਅੰਦਰ ਸੁਗੰਧੀ ਨਹੀਂ ਆਉਂਦੀ। ਕਬੀਰ ਸਾਹਿਬ ਦਾ ਬਚਨ ਹੈ ਕਿ ਬਾਂਸ ਬਡਾਈ ਬੂਡੀਏ ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਹਿਲਦਾ ਹੈ ਤੇ ਅੰਦਰੋਂ ਅਗਨ ਪੈਦਾ ਕਰਦਾ ਹੈ ਤੇ ਜੰਗਲ ਦੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਉਹ ਆਖਦੇ ਨੇ ਕਿ ਸੰਸਾਰ ਦੇ ਵਿੱਚ ਗੁਰੂ ਨੇ ਚੰਦਨ ਵਰਗੇ, ਜਿਨ੍ਹਾਂ ਦੀ ਮਹਿਕ, ਜਿਨ੍ਹਾਂ ਦੇ ਗੁਣਾਂ ਨੂੰ ਸਾਰੇ ਨਹੀਂ ਮਾਣ ਸਕਦੇ, ਕੁਝ ਲੋਕ ਮਾਣ ਸਕਦੇ ਨੇ, ਉਹ ਚੰਦਨ ਵਰਗੇ ਗੁਰੂ ਨੇ। ਦੂਸਰਾ ਗੁਰੂ ਹੈ ਪਾਰਸ ਗੁਰੂ। ਪਾਰਸ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਪਾਰਸ ਦੇ ਨਾਲ ਜੇ 7 ਧਾਤੂਆਂ ਟੱਚ ਕੀਤੀਆਂ ਜਾਣ, ਉਹ ਸੋਨੇ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ, ਸੋਨਾ ਬਣ ਜਾਂਦੀਆਂ ਨੇ। ਜਿਵੇਂ ਲੋਹਾ ਹੈ, ਤਾਂਬਾ ਹੈ, ਪਿੱਤਲ ਹੈ ਆਦਿਕ ਨੇ, ਇਹ 7 ਧਾਤਾਂ ਜਿਹੜੀਆਂ ਨੇ ਇਹ ਸੋਨੇ ਦੇ ਬਦਲ ਜਾਂਦੀਆਂ ਨੇ। ਪਰ ਪਾਰਸ ਇਹਨਾਂ ਨੂੰ ਸੋਨਾ ਤੇ ਕਰ ਦਿੰਦਾ ਹੈ, ਪਰ ਆਪਣੇ ਵਰਗਾ ਪਾਰਸ ਨਹੀਂ ਕਰ ਸਕਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜੇ ਭਾਈ ਲਹਿਣਾ ਜੀ ਆਏ ਤੇ ਭਾਈ ਲਹਿਣਾ ਨਹੀਂ ਰਹੇ, ਗੁਰੂ ਨਾਨਕ ਦਾ ਰੂਪ ਹੋ ਗਏ, ਗੁਰੂ ਨਾਨਕ ਬਣ ਗਏ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ 'ਚ ਆਏ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਪ੍ਰਾਪਤ ਕਰਕੇ ਗੁਰੂ ਨਾਨਕ ਦੇ ਤੀਸਰੇ ਰੂਪ ਖਵਾਏ। ਇਸੇ ਤਰ੍ਹਾਂ ਪਾਰਸ ਹੋਰਾਂ ਨੂੰ ਸੋਨੇ ਦੇ ਵਿੱਚ ਬਦਲ ਦਿੰਦਾ ਹੈ, ਪਰ ਆਪਣੇ ਵਰਗਾ ਨਹੀਂ ਬਣਾਉਂਦਾ। ਤੀਸਰਾ ਹੈ ਭ੍ਰਿੰਗੀ ਗੁਰੂ। ਭ੍ਰਿੰਗੀ ਇੱਕ ਐਸਾ ਜੀਵ ਹੈ, ਇੰਜ ਕਹਿ ਲਵਾਂ ਇੱਕ ਐਸਾ ਕਿਰਮ ਹੈ, ਕੀੜਾ ਹੈ, ਜੋ ਖਾਸ ਤਰ੍ਹਾਂ ਦੀ ਆਵਾਜ਼, ਖਾਸ ਤਰ੍ਹਾਂ ਦੀ ਬੋਲੀ ਬੋਲਦਾ ਹੈ ਤੇ ਉਹਨਾਂ ਦੀ ਆਵਾਜ਼ ਸੁਣ ਕੇ ਹੋਰ ਵੀ ਜਿਹੜੇ ਕਿਰਮ ਨੇ ਉਹਦੇ ਨਾਲ ਤੁਰ ਪੈਂਦੇ ਨੇ। ਸਾਰੇ ਨਹੀਂ, ਕੁਝ ਖਾਸ ਕਿਸਮ ਦੇ। ਤੇ ਸੰਸਾਰ ਦੇ ਵਿੱਚ ਜਦੋਂ ਵਰਨ ਵੰਡ ਹੋਈ ਤੇ ਵਰਨ ਵੰਡ ਅਨੁਸਾਰ ਖੱਤਰੀ, ਬ੍ਰਾਹਮਣ, ਸ਼ੂਦਰ ਔਰ ਵੈਸ਼, ਕੇਵਲ ਬ੍ਰਾਹਮਣਾਂ ਨੂੰ ਹੀ ਅਧਿਕਾਰ ਸੀ ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸਕਦੇ ਸਨ, ਕਿਸੇ ਹੋਰ ਨੂੰ ਨਹੀਂ। ਇੱਥੋਂ ਤੱਕ ਕਿ ਧਾਰਮਿਕ ਗ੍ਰੰਥ ਸੰਸਕ੍ਰਿਤ ਭਾਸ਼ਾ ਦੇ ਵਿੱਚ, ਜਿਹਨੂੰ ਦੇਵ ਭਾਸ਼ਾ ਕਿਹਾ ਜਾਂਦਾ ਹੈ, ਦੇਵ ਭਾਸ਼ਾ ਦੇ ਵਿੱਚ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਲਿਖੇ ਗਏ ਕਿ ਇਹਨਾਂ ਧਾਰਮਿਕ ਗ੍ਰੰਥਾਂ ਨੂੰ, ਇਹਨਾਂ ਦਾ ਲਾਭ ਕੋਈ ਹੋਰ ਨਾ ਮਾਣ ਸਕੇ। ਸਾਧ ਸੰਗਤ, ਅਨਮਤ ਦੇ ਵਿੱਚ ਅਵਤਾਰੀ ਪੁਰਸ਼ ਹੋਏ, ਮੈਂ ਨਾਮ ਨਹੀਂ ਲਵਾਂਗਾ, ਪਰ ਬ੍ਰਾਹਮਣਾਂ ਦਾ ਇਤਨਾ ਉਹਨਾਂ ਦੇ ਉੱਪਰ ਪ੍ਰਭਾਵ ਸੀ ਕਿ ਬ੍ਰਾਹਮਣਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਸ਼ਿੰਬੁਕ ਨਾਮ ਦੇ ਰਿਸ਼ੀ ਦਾ ਉਹਨਾਂ ਨੇ ਕਤਲ ਕਰ ਦਿੱਤਾ। ਕਾਰਨ ਇਹ ਹੀ ਸੀ ਕਿ ਉਹ ਸ਼ਿੰਬੁਕ ਨਾਮ ਦਾ ਜੋ ਰਿਸ਼ੀ ਸੀ ਉਹ ਨੀਵੀਂ ਕੁਲ ਦਾ ਸੀ। ਨੀਵੀਂ ਕੁਲ ਦਾ ਹੋਣ ਕਰਕੇ ਅਵਤਾਰੀ ਪੁਰਸ਼ ਨੇ ਨੀਵੀਂ ਜਾਤ ਦੇ ਉਸ ਸ਼ਿੰਬੁਕ ਨਾਮ ਦੇ ਰਿਸ਼ੀ ਦਾ ਕਤਲ ਕਰ ਦਿੱਤਾ। ਪਰ ਬਾਬੇ ਨਾਨਕ ਦਾ ਘਰ ਤੇ ਆਖਦਾ ਕਿ ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚੋ ਵਰਨਾ ਕੋ ਸਾਂਝਾ, ਕਿਉਂਕਿ ਉਸ ਵੇਲੇ ਕੇਵਲ ਬ੍ਰਾਹਮਣ ਹੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸਕਦਾ ਹੈ, ਆਮ ਲੋਕਾਈ ਨਹੀਂ। ਔਰ ਕਈ ਲੋਕ ਬੜੇ ਸਿਆਣੇ ਹੁੰਦੇ ਨੇ, ਆਪਣੀ ਗੱਲ ਸਾਬਤ ਕਰਨ ਲਈ ਉਹ ਧਰਮ ਦੇ ਆਗੂਆਂ ਨੂੰ ਜਾਂ ਵੱਡੇ ਲੋਕਾਂ ਨੂੰ ਆਪਣੇ ਨਾਲ ਸ਼ਾਮਿਲ ਕਰ ਲੈਂਦੇ ਨੇ ਕਿ ਸਾਡੀ ਗੱਲ ਸੱਚ ਸਾਬਿਤ ਹੋ ਜਾਏ। ਹਜ਼ਰਤ ਈਸਾ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਹਜ਼ਰਤ ਈਸਾ ਜੀ ਜਾ ਰਹੇ ਸਨ, ਰਸਤੇ ਦੇ ਵਿੱਚ ਕੁਝ ਲੋਕ ਇਸਤਰੀ ਨੂੰ ਪੱਥਰ ਮਾਰ ਰਹੇ ਸਨ। ਹਜ਼ਰਤ ਈਸਾ ਨੇ ਉਹਨਾਂ ਨੂੰ ਰੋਕਿਆ ਤੇ ਉਹ ਆਖਣ ਲੱਗੇ, ਹਜ਼ਰਤ ਈਸਾ ਜੀ, ਤੁਸੀਂ ਵੀ ਇਸ ਇਸਤਰੀ ਨੂੰ ਪੱਥਰ ਮਾਰੋ ਕਿਉਂਕਿ ਇਹਨੇ ਪਾਪ ਕਮਾਇਆ ਹੈ, ਤੇ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਉਹ ਲੋਕ ਬੜੇ ਸਿਆਣੇ, ਉਹਨਾਂ ਨੇ ਸੋਚਿਆ ਕਿ ਜੇ ਹਜ਼ਰਤ ਈਸਾ ਮਨਾ ਕਰਨਗੇ, ਅਸੀਂ ਕਵਾਂਗੇ ਭਈ ਇਹ ਵੀ ਇਹਨਾਂ ਵਰਗੇ ਨੇ। ਇੱਕ ਗਲਤ ਇਸਤਰੀ ਜੋ ਪਾਪ ਕਮਾ ਰਹੀ ਹੈ, ਉਸ ਦੇ ਵਿੱਚ ਇਹ ਵੀ ਨਾਲ ਮਿਲੇ ਹੋਏ ਨੇ। ਜੇ ਇਹ ਪੱਥਰ ਮਾਰਨਗੇ, ਅਸੀਂ ਕਵਾਂਗੇ ਇਹ ਸਾਡੇ ਵਰਗੇ ਹੀ ਨੇ, ਇਹਨਾਂ ਦੇ ਔਰ ਸਾਡੇ ਕੀ ਫਰਕ ਹੈ? ਹਜ਼ਰਤ ਈਸਾ ਨੇ ਆਖਿਆ, ਸਾਰੇ ਪੱਥਰ ਚੁੱਕ ਲਿਓ। ਸਾਰੇ ਲੋਕਾਂ ਨੇ ਪੱਥਰ ਚੁੱਕ ਲਏ। ਆਖਣ ਲੱਗੇ, ਹੁਣ ਪੱਥਰ ਉਹ ਮਨੁੱਖ ਮਾਰੇ ਜਿਸ ਨੇ ਆਪਣੇ ਜੀਵਨ ਦੇ ਅੰਦਰ ਕੋਈ ਮੰਦ ਕਰਮ ਨਾ ਕੀਤਾ ਹੋਏ, ਕਦੇ ਪਾਪ ਨਾ ਕੀਤਾ ਹੋਏ, ਕਦੀ ਗਲਤੀ ਨਾ ਕੀਤੀ ਹੋਏ, ਉਹ ਮਨੁੱਖ ਪੱਥਰ ਮਾਰੇ। ਸਾਰਿਆਂ ਨੇ ਪੱਥਰ ਸੁੱਟ ਦਿੱਤੇ ਸਨ।
मेरा कहण दा भाव कि मनुख अपने आप नूं सच्चा साबित करन लई धर्म दे आगुआं नूं जां ਧਨਾੜ ਮਨੁੱਖਾਂ ਨੂੰ ਆਪਣੇ ਨਾਲ ਸ਼ਾਮਿਲ ਕਰ ਲੈਂਦੇ ਨੇ। ਇਸੇ ਤਰ੍ਹਾਂ ਅਵਤਾਰੀ ਪੁਰਸ਼ ਨੇ ਵੀ ਧਰਮ ਦੇ ਉਹਨਾਂ ਆਗੂਆਂ ਦੇ ਅਧੀਨ ਹੋ ਕੇ ਇੱਕ ਰਿਸ਼ੀ ਦਾ ਕਤਲ ਕਰਤਾ, ਕਿਉਂਕਿ ਉਹ ਨੀਵੀਂ ਕੁਲ ਦਾ ਸੀ। ਇਹ ਨੇ ਭ੍ਰਿੰਗੀ ਗੁਰੂ। ਚੌਥਾ ਹੈ ਦੀਪਕ ਗੁਰੂ। ਦੀਪਕ ਗੁਰੂ ਦਾ ਇਹ ਸੁਭਾਵ ਹੈ ਕਿ ਜੋ ਆਪ ਜਗਿਆ ਹੋਇਆ ਉਹਦੀ ਸੰਗਤ ਕਰਕੇ ਹੋਰ ਵੀ ਜਗ ਪੈਂਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਪਰਉਪਕਾਰ ਕੀਤੇ, ਜਿਨ੍ਹਾਂ ਨੇ ਇਹ ਰਹਿਮਤਾਂ ਕੀਤੀਆਂ, ਸੰਸਾਰ ਦੇ ਵਿੱਚ ਲੋਕਾਂ ਨੂੰ ਸੱਚ ਦਾ ਚਾਨਣ ਦਿਖਾਇਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਫਰਿਆਦ ਕੀਤੀ, ਯਾਦ ਰੱਖਣਾ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਕਸ਼ਮੀਰੀ ਪੰਡਤ ਉਹ ਆਏ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸੰਗਤ ਮਿਲੀ ਹੋਈ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਕਸ਼ਮੀਰ ਦੀ ਧਰਤੀ ਉੱਪਰ ਗਏ, ਬ੍ਰਹਮਦਾਸ ਨਾਮ ਦੇ ਬ੍ਰਾਹਮਣ ਦੇ ਨਾਲ ਗੁਰਦੇਵ ਪਾਤਸ਼ਾਹ ਦੀ 13 ਦਿਨ ਜਣੀ ਹੈ 13 ਦਿਨ ਵਿਚਾਰਾਂ ਹੁੰਦੀਆਂ ਰਹੀਆਂ। ਉਸ ਤੋਂ ਬਾਅਦ ਬ੍ਰਹਮਦਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੋਰਾ ਬਣਿਆ। ਬ੍ਰਹਮਦਾਸ ਤੋਂ ਬਾਅਦ ਨਾਰਾਇਣ ਦਾਸ, ਨਾਰਾਇਣ ਦਾਸ ਤੋਂ ਬਾਅਦ ਅਣੂ ਦਾਸ ਤੇ ਅਣੂ ਦਾਸ ਤੋਂ ਬਾਅਦ ਕਿਰਪਾ ਰਾਮ ਜੀ। ਉਹਨਾਂ ਦੀ ਅਗਵਾਈ ਦੇ ਵਿੱਚ 16 ਬ੍ਰਾਹਮਣਾਂ ਦੀ ਜਿਹੜੀ ਹੈ ਮੀਟਿੰਗ ਹੋ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅਨੰਦਪੁਰ ਸਾਹਿਬ ਪਹੁੰਚਦੇ ਨੇ। ਹੁਣ ਇੱਥੇ ਵੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰਉਪਕਾਰ ਦੀ ਮੂਰਤ ਮਹਾਰਾਜ ਜਾਣਦੇ ਨੇ ਕਿ ਸਤਿਗੁਰੂ ਪਾਤਸ਼ਾਹ ਦੇ ਨਾਲ ਦਿੱਲੀ ਜਾ ਕੇ ਕੀ ਵਾਰਤਾ ਹੋਣਾ ਹੈ। ਜਿਸਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਸਿੱਖ ਦਾ ਗੁਰੂ ਦਾ ਤਿਲਕ ਜੰਜੂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਸੇ ਦੇ ਧਰਮ ਦੀ ਰੱਖਿਆ ਲਈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕੱਲੂ ਮੈਂ ਸਾਕਾ। ਗੁਰਦੇਵ ਪਾਤਸ਼ਾਹ ਨੇ ਕੱਲ ਦੇ ਅੰਦਰ ਸੰਸਾਰ ਦੇ ਅੰਦਰ ਇਹ ਸਾਕਾ ਵਰਤਾਇਆ, ਕਿਉਂਕਿ ਸਤਿਗੁਰੂ ਮਹਾਰਾਜ ਜਾਣਦੇ ਨੇ ਔਰੰਗਜ਼ੇਬ ਦੀ ਨੀਤੀ। ਜੋ ਔਰੰਗਜ਼ੇਬ ਬੜਾ ਕੱਟੜ ਹੈ। ਔਰੰਗਜ਼ੇਬ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਦਿੱਤਾ ਔਰ ਸਾਰੇ ਦਿਨ ਦੇ ਵਿੱਚ ਇੱਕ ਪਿਆਲਾ ਪਾਣੀ ਦਾ ਸ਼ਾਹਜਹਾਂ ਨੂੰ ਪੀਣ ਵਾਸਤੇ ਦਿੰਦਾ ਸੀ। ਸ਼ਾਹਜਹਾਂ ਚਿੱਤਰਕਾਰੀ ਦਾ ਬੜਾ ਸ਼ੌਂਕ ਰੱਖਦਾ ਸੀ। ਜਿਸ ਜੇਲ੍ਹ ਦੇ ਅੰਦਰ ਉਹਨੂੰ ਬੰਦ ਕੀਤਾ ਗਿਆ, ਉਸੇ ਦੇ ਵਿੱਚ ਸ਼ਾਹਜਹਾਂ ਉਸ ਪਾਣੀ ਦੇ ਪਿਆਲੇ ਦੇ ਵਿੱਚ ਕੁਝ ਰੰਗ ਪਾ ਕੇ ਪੇਂਟਿੰਗ ਕਰਿਆ ਕਰਦਾ ਸੀ, ਚਿੱਤਰਕਾਰੀ ਕਰਦਾ ਸੀ। ਤੇ ਪਾਣੀ ਖਰਾਬ ਹੋਣ ਕਰਕੇ ਜਦੋਂ ਦੁਬਾਰਾ ਉਹਨੇ ਪਾਣੀ ਮੰਗਿਆ ਤੇ ਔਰੰਗਜ਼ੇਬ ਨੇ ਕਿਹਾ, ਉੱਥੇ ਦੇ ਜੋ ਅਹਿਲਕਾਰ ਨੇ ਜਾਂ ਉੱਥੇ ਦੇ ਜੋ ਰੱਖੇ ਹੋਏ ਪਹਿਰੇਦਾਰ ਨੇ, ਉਹ ਆਖਣ ਲੱਗਾ ਮੇਰੇ ਪਿਤਾ ਨੂੰ ਜਾ ਕੇ ਕਹਿ ਦਿਓ ਪਾਣੀ ਦਾ ਕੱਪ ਇੱਕੋ ਹੀ ਮਿਲਣਾ ਹੈ, ਭਾਵੇਂ ਤੂੰ ਉੱਥੇ ਪੇਂਟਿੰਗ ਕਰੀ ਜਾ ਤੇ ਭਾਵੇਂ ਪਾਣੀ ਨੂੰ ਪੀ ਲੈ। ਸ਼ਾਹਜਹਾਂ ਨੇ ਫਿਰ ਇੱਕ ਚਿੱਠੀ ਲਿਖੀ। ਚਿੱਠੀ ਲਿਖ ਕੇ ਔਰੰਗਜ਼ੇਬ ਵੱਲ ਭੇਜੀ, ਜੋ ਬੱਚਾ ਹੈ ਉਹਦਾ ਪੁੱਤਰ ਹੈ ਉਹਦਾ। ਆਖਣ ਲੱਗਾ ਔਰੰਗਜ਼ੇਬ ਬੇਟਾ ਤੂੰ ਹਿੰਦੂਆਂ ਨੂੰ ਕਾਫਿਰ ਕਹਿੰਦਾ ਹੈ, ਕਿਉਂਕਿ ਕਾਫਿਰ ਕਹਿੰਦਾ ਸੀ ਹਿੰਦੂਆਂ ਨੂੰ। ਤੂੰ ਹਿੰਦੂਆਂ ਨੂੰ ਕਾਫਿਰ ਕਹਿੰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਉਹ ਕਾਫਿਰ ਤੇਰੇ ਤੋਂ ਭਲੇ ਨੇ, ਕਿਉਂਕਿ ਜਦੋਂ ਉਹਨਾਂ ਦੇ ਮਾਂ-ਬਾਪ ਸੰਸਾਰ ਦੇ ਚੋਂ ਚਲੇ ਜਾਂਦੇ ਨੇ, ਉਹਨਾਂ ਤੋਂ ਬਾਅਦ ਉਹਨਾਂ ਨੂੰ ਉਹ ਪਾਣੀ ਦਿੰਦੇ ਨੇ। ਭਾਵੇਂ ਇਹ ਗੁਰਮੁਖ ਦਾ ਪੱਖ ਨਹੀਂ ਹੈ, ਪਰ ਉਹ ਆਖਣ ਲੱਗਾ ਕਿ ਆਪਣੇ ਮਰੇ ਹੋਏ ਮਾਂ-ਬਾਪ ਨੂੰ ਉਹ ਪਾਣੀ ਦਿੰਦੇ ਨੇ ਕਿ ਪਾਣੀ ਆਪਣੇ ਬਜ਼ੁਰਗਾਂ ਤੱਕ ਪਹੁੰਚਾਉਂਦੇ ਨੇ। ਤੂੰ ਆਪਣੇ ਜਿੰਦੇ ਬਾਪ ਨੂੰ ਪਾਣੀ ਨਹੀਂ ਦਿੰਦਾ, ਤੂੰ ਉਹਨਾਂ ਨੂੰ ਕਾਫਿਰ ਆਖਦਾ ਹੈ ਜੋ ਆਪਣੇ ਮਾਂ-ਬਾਪ ਦੇ ਮਰਨ ਦੇ ਬਾਅਦ ਵੀ ਖਿਆਲ ਰੱਖਦੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੀ ਫਰਿਆਦ ਹੋਈ, ਤੇ ਦੇਖੋ ਸਾਧ ਸੰਗਤ 5 ਸਾਲ ਦੀ ਉਮਰ ਹੈ ਜਦੋਂ ਗੋਬਿੰਦ ਰਾਏ ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਮਿਲਾਪ ਅਨੰਦਪੁਰ ਸਾਹਿਬ ਦੀ ਧਰਤੀ ਪਰ ਹੋਇਆ।
4 ਸਾਲ ਪਿਤਾ ਔਰ ਪੁੱਤਰ ਇਕੱਠੇ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਪਰ। 9 ਸਾਲ ਦੀ ਉਮਰ ਜਿਹੜੀ ਹੈ ਗੋਬਿੰਦ ਰਾਏ ਦੀ ਹੋ ਗਈ। ਮਹਾਰਾਜ ਨੇ ਸਾਰੇ ਪ੍ਰਬੰਧ ਕੀਤੇ ਸਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਗੋਬਿੰਦ ਰਾਏ ਲਈ, ਉਹਨਾਂ ਦੀ ਸਿੱਖਿਆ ਲਈ ਕਿ ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾਇਨ ਦੁਲਰਾਏ, ਕੀਨੀ ਅਨਿਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਖਿਆ। ਹਰ ਤਰ੍ਹਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਗੋਬਿੰਦ ਰਾਏ ਕਲਗੀਧਰ ਪਾਤਸ਼ਾਹ ਲਈ। 4 ਸਾਲ ਆਪਣੇ ਸਾਹਿਬਜ਼ਾਦੇ ਨਾਲ ਰਹੇ ਨੇ। ਮਹਾਰਾਜ ਬੜਾ ਪਿਆਰ ਕਰਦੇ ਹੋਣਗੇ ਗੋਬਿੰਦ ਰਾਏ ਨੂੰ, ਪਰ ਜਦੋਂ ਪਰਉਪਕਾਰ ਦੀ ਗੱਲ ਆਈ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਵੱਲ ਚਾਲਾ ਪਾ ਲਿਆ। ਆਗਰੇ ਦੀ ਧਰਤੀ ਪਰ ਮਹਾਰਾਜ ਦੀ ਗ੍ਰਿਫਤਾਰੀ ਹੋਈ। ਦਿੱਲੀ ਚਾਂਦਨੀ ਚੌਕ ਆ ਕੇ ਪਹੁੰਚੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਸੇ ਦੇ ਧਰਮ ਦੀ ਖਾਤਰ ਆਪਣੇ ਆਪ ਨੂੰ ਸ਼ਹਾਦਤ ਕੁਰਬਾਨ ਕਰ ਦਿੱਤਾ। ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਗੁਰੂ ਕੇ ਪਿਆਰੇ ਸਿੱਖ ਭਾਈ ਸਤੀ ਦਾਸ, ਭਾਈ ਮਤੀ ਦਾਸ ਔਰ ਭਾਈ ਦਿਆਲਾ ਜੀ, ਜਿਨ੍ਹਾਂ ਦੀ ਸ਼ਹਾਦਤ ਹੋਈ ਤੇ ਉਹਨਾਂ ਦੀ ਕੇਵਲ ਇੱਕੋ ਹੀ ਮੰਗ ਸੀ ਕਿ ਸਾਡੇ ਸਿਰ ਦੇ ਉੱਪਰ ਆਰਾ ਚੱਲੇ, ਭਾਵੇਂ ਸਾਡਾ ਬੰਦ ਕਟਿਆ ਜਾਏ, ਸਾਡਾ ਮੁਖ ਜਿਹੜਾ ਹੈ ਨਾ ਉਹ ਗੁਰੂ ਵੱਲ ਹੋਏ। ਮਾਨੋ ਕਬੀਰ ਸਾਹਿਬ ਦੀਆਂ ਇਹਨਾਂ ਪੰਕਤੀਆਂ ਨੂੰ ਵਿਆਖਿਆ ਕਰ ਰਹੇ ਹੋਣ ਕਿ ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਕਿਹਾ ਜਾਂਦਾ ਹੈ ਆਰੇ ਨੂੰ। ਕਬੀਰ ਸਾਹਿਬ ਆਖਦੇ ਨੇ ਕਿ ਮੈਨੂੰ ਆਰਾ ਤੇ ਚੰਗਾ ਲੱਗਦਾ ਹੈ, ਪਰ ਤੇਰੀ ਕਰਵਟ ਮੈਨੂੰ ਚੰਗੀ ਨਹੀਂ ਲੱਗਦੀ, ਤੇਰਾ ਪਾਸਾ ਚੰਗਾ ਨਹੀਂ ਲੱਗਦਾ। ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੁਖ ਕਾਹੇ ਕੋ ਮਾਰੇ। ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਜੱਲਾਦ ਪੁੱਛਦਾ ਹੈ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡੇ ਚਿਹਰੇ ਦੇ ਉੱਪਰ ਅਜੇ ਵੀ ਰੌਣਕ ਹੈ, ਤੁਸੀਂ ਅਜੇ ਵੀ ਹੱਸ ਰਹੇ ਹੋ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਹੋਣ ਕਿ ਜਿਵੇਂ ਇੱਕ ਬੱਚਾ ਪੂਰਾ ਸਾਲ ਉਹਨੂੰ ਟੀਚਰ ਪੜ੍ਹਾਏ ਨਾ ਤੇ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋਏ, ਬੱਚੇ ਦੇ ਨੰਬਰਾਂ ਨੂੰ ਦੇਖ ਕੇ ਉਸ ਟੀਚਰ ਦੀ ਛਾਤੀ ਚੌੜੀ ਹੋ ਜਾਂਦੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਮੈਂ ਪੜ੍ਹਾਇਆ ਹੈ ਉਹ ਚੰਗੇ ਨੰਬਰ ਲੈ ਕੇ ਪਾਸ ਹੋਏ ਨੇ। ਮਹਾਰਾਜ ਆਖਣ ਲੱਗੇ ਕਿ ਮੇਰੇ ਪੜ੍ਹਾਏ ਹੋਏ ਸਿੱਖ ਚੰਗੇ ਨੰਬਰ ਲੈ ਕੇ ਪਾਸ ਹੋਏ ਨੇ, ਤੁਸੀਂ ਅਜੇ ਵੀ ਸਮਝਦੇ ਹੋ ਕਿ ਮੈਂ ਡਰ ਜਾਵਾਂਗਾ। ਜੱਲਾਦ ਕਹਿਣ ਲੱਗਾ ਕਿ ਅਸੀਂ ਖਾਨਦਾਨੀ ਜੱਲਾਦ ਹਾਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੁਸੀਂ ਅਜੇ ਵੀ ਈਨ ਕਬੂਲ ਕਰ ਲਿਓ। ਮਹਾਰਾਜ ਨੇ ਆਖਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਕੂਲ, ਉਸ ਕਾਲਜ ਦੇ ਅੰਦਰ ਅਸੀਂ ਪੜ੍ਹੇ ਹਾਂ ਜਿਸ ਦੇ ਸਾਈਨ ਬੋਰਡ ਹੀ ਇਹ ਲਿਖਿਆ ਜਾਂਦਾ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਜੇ ਉਸ ਦੇ ਬੋਰਡ ਦੇ ਉੱਪਰ ਇਹ ਪੰਕਤੀਆਂ ਲਿਖੀਆਂ ਨੇ ਤੇ ਅੰਦਰ ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਹੋਏਗੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਗੁਰਦੇਵ ਪਾਤਸ਼ਾਹ ਨੇ 57 ਸ਼ਲੋਕ ਜੋ ਆਪ ਜੀਆਂ ਨੇ 9ਵੇਂ ਮਹੱਲੇ ਦੇ ਸ਼ਲੋਕ ਸਰਵਣ ਕੀਤੇ ਨੇ ਔਰ 59 ਸ਼ਬਦ ਮਹਾਰਾਜ ਨੇ ਉਚਾਰਨ ਕੀਤੇ। ਇਹਨਾਂ ਦਾ ਟੋਟਲ ਜੋੜ ਜਿਹੜਾ 116 ਬਣਦਾ ਹੈ। ਆਪ ਜੀ ਦੇ ਗਿਆਤਵਸ ਦੱਸਦੇ ਹਾਂ, ਬਾਬਾ ਫਰੀਦ ਸਾਹਿਬ ਦੀ ਬਾਣੀ ਸਭ ਤੋਂ ਪਹਿਲਾਂ ਪੁਰਾਤਨ ਜਿਹੜੇ ਨੇ ਉਹ ਭਗਤ ਨੇ, 1173 ਦਾ ਜਨਮ ਹੈ ਉਹਨਾਂ ਦਾ। ਤੇ ਬਾਬਾ ਫਰੀਦ ਸਾਹਿਬ ਦੇ 112 ਸ਼ਲੋਕ ਔਰ 4 ਸ਼ਬਦ, ਉਹਨਾਂ ਦਾ ਵੀ ਜੋੜ 116 ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ 57 ਸ਼ਲੋਕ 59 ਸ਼ਬਦ, ਇਹਨਾਂ ਦਾ ਜੋੜ ਕਿਉਂਕਿ ਮਹਾਰਾਜ ਦੀ ਸਭ ਤੋਂ ਬਾਅਦ ਹੀ ਬਾਣੀ ਅੰਕਿਤ ਕੀਤੀ ਗਈ, ਇਹ ਵੀ 116 ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਜਿਹੜੀ ਹੈ ਹਿੰਦੀ ਦੇ ਉਚਾਰਨ ਕੀਤੀ। ਲਿਪੀ ਭਾਵੇਂ ਗੁਰਮੁਖੀ ਹੈ ਪਰ ਹਿੰਦੀ ਵਿੱਚ ਪਾਤਸ਼ਾਹ ਨੇ ਉਚਾਰਨ ਕੀਤੀ। ਉਹਦਾ ਕਾਰਨ ਸੀ ਕਿਉਂਕਿ ਉਸ ਵੇਲੇ ਔਰੰਗਜ਼ੇਬ ਦਾ ਇਹ ਐਲਾਨੀਆ ਹੁਕਮ ਸੀ ਕਿ ਬੋਲੀ ਜਿਹੜੀ ਹੈ, ਜਿਹੜੀ ਵਰਤੀ ਜਾਏ, ਬੋਲੀ ਜਾਏ, ਲਿਖੀ ਜਾਏ, ਉਹ ਅਰਬੀ ਔਰ ਫਾਰਸੀ ਬੋਲੀ ਜਾਏ। ਤੇ ਮਹਾਰਾਜ ਨੇ ਹਿੰਦੀ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ। ਮੈਂ ਇਹ ਗੱਲ ਕਰਕੇ ਸਮਾਪਤੀ ਕਰਾਂ। ਇੱਕ ਰਾਜੇ ਦਾ ਵਜ਼ੀਰ ਬੜਾ ਸਿਆਣਾ ਸੀ।
ਉਹ ਆਖਣ ਲੱਗਾ, ਰਾਜਨ ਮੈਨੂੰ ਕੁਝ ਹੀਰੇ ਚਾਹੀਦੇ ਨੇ। ਰਾਜੇ ਨੇ ਕੁਝ ਹੀਰੇ ਜਿਹੜੇ ਨੇ ਆਪਣੇ ਮੰਤਰੀ ਨੂੰ, ਆਪਣੇ ਅਹਿਲਕਾਰ ਨੂੰ ਦਿੱਤੇ। ਉਹ ਰਾਜ ਮਹਿਲ ਦੇ ਉੱਪਰ ਗਿਆ। ਰਾਜ ਮਹਿਲ ਦੇ ਉੱਪਰ ਜਾ ਕੇ ਉਹਨੇ ਹੀਰੇ ਖਿਲਾਰ ਦਿੱਤੇ। ਕੁਝ ਸਮੇਂ ਬਾਅਦ ਹੰਸ ਆਏ। ਹੰਸਾਂ ਨੇ ਉਹਨਾਂ ਹੀਰਿਆਂ ਦੇ ਵਿੱਚੋਂ ਕੁਝ ਹੀਰੇ ਚੁਗੇ ਨੇ, ਕਿਉਂਕਿ ਬਾਣੀ ਆਖਦੀ ਹੈ ਕਿ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ। ਹੰਸ ਹੀਰੇ ਹੀ ਚੁਗਦੇ ਨੇ। ਹੀਰੇ ਚੁਗਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਮੋਤੀ ਉਗਲ ਕੇ ਚਲੇ ਗਏ। ਰਾਜਾ ਬੜਾ ਖੁਸ਼ ਹੋਇਆ। ਉਹ ਆਖਣ ਲੱਗਾ ਕਿ ਇਹਨਾਂ ਹੰਸਾਂ ਨੇ ਕੁਝ ਮੋਤੀ ਚੁਣੇ ਨੇ ਜਾਂ ਹੀਰੇ ਚੁਗੇ ਨੇ, ਉਹਨਾਂ ਦੇ ਬਦਲੇ ਕੀਮਤੀ ਮੋਤੀ ਦੇ ਕੇ ਗਏ ਨੇ। ਮੰਤਰੀ ਆਖਣ ਲੱਗਾ, ਇਸੇ ਤਰ੍ਹਾਂ ਜੋ ਧਰਮੀ ਨੇ, ਦਰਵੇਸ਼ ਨੇ, ਉਹ ਸੰਸਾਰ ਦੇ ਵਿੱਚ ਵਿਚਰਦੇ ਜ਼ਰੂਰ ਨੇ, ਸੰਸਾਰ ਦੇ ਵਿੱਚੋਂ ਲੈਂਦੇ ਬੜਾ ਘੱਟ ਨੇ, ਪਰ ਸੰਸਾਰ ਦੀ ਝੋਲੀ ਦੇ ਵਿੱਚ ਪਾਉਂਦੇ ਬਹੁਤ ਕੁਝ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ 54 ਸਾਲ ਦੀ ਉਮਰ ਤੱਕ ਮਹਾਰਾਜ ਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਦਾਤਾਂ ਪਾ ਕੇ ਗੁਰਦੇਵ ਪਾਤਸ਼ਾਹ ਨੇ ਸੰਸਾਰ ਨੂੰ ਰੁਸ਼ਨਾ ਕੀਤਾ। ਤੇ ਮਹਾਰਾਜ ਨੇ ਪਹਿਲਾਂ ਬੇਨਤੀ ਕੀਤੀ ਹੈ, ਹਰ ਇੱਕ ਮਨੁੱਖ ਕੁਝ ਲੈਣ ਦੀ ਲਾਲਸਾ ਰੱਖਦਾ ਹੈ, ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਸਤਿਗੁਰੂ ਮਹਾਰਾਜ ਨੇ ਸੰਸਾਰ ਦੀ ਝੋਲੀ ਦੇ ਵਿੱਚ ਦਾਤਾਂ ਪਾਈਆਂ ਹੀ ਨੇ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 401ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਾਧ ਸੰਗਤ